ਇਹ ਗੱਲ ਕਰਦੇ ਆ ਵੀ ਧਮਾਕਿਆਂ ਦੀ। ਹੁਣ ਧਮਾਕਿਆਂ ਦੇ ਪਿੱਛੇ ਗੱਲ ਕੀ ਹੋ ਸਕਦੀ ਆ? ਸਾਜ਼ਿਸ਼ ਆ, ਨਸ਼ਾ ਆ ਜਾਂ ਕੁਛ ਹੋਰ ਸਿਆਸਤ ਆ? ਕੀ ਇਹ ਲੋਕ ਦੇਖੋ ਮਹਿਸੂਸ ਕਰਦੇ ਆ? ਦੇਖੋ ਮੀਡੀਆ ਦੇ ਵੱਖ-ਵੱਖ ਅਦਾਰਿਆਂ ਨੇ, ਵੱਖ-ਵੱਖ ਧਿਰਾਂ ਨੇ, ਜਦੋਂ ਪਤਾ ਲੱਗਿਆ ਕਿ ਆਹ 5 ਮੁੰਡੇ ਫੜ ਹੋਏ ਨੇ, ਉਹ ਮੈਂ ਦੇਖ ਰਿਹਾ ਸੀਗਾ ਕਿ ਉਹਦੇ ਵਿੱਚ ਨਾਮ ਨੇ ਜਿਹੜੇ ਮਤਲਬ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਅਸੀਂ ਆਹ 5 ਜਣੇ ਫੜ ਲਏ। ਸੋ ਉਸ ਹਵਾਲੇ ਨਾਲ ਉਹਨਾਂ ਦੇ ਅਦਾਰਿਆਂ ਕੁਝ ਮੀਡੀਆ ਅਦਾਰਿਆਂ ਨੇ ਉਹਨਾਂ ਦੇ ਪਿੰਡਾਂ ਤੱਕ ਜਦੋਂ ਪਹੁੰਚ ਕੀਤੀ, ਤਾਂ ਉਹਦੇ ਵਿੱਚ ਨਸ਼ੇ ਦੀ ਸ਼ਮੂਲੀਅਤ ਖਾਸੀ ਥਾਂ ਤੇ ਮਿਲੀ। ਕਿ ਹਾਂ ਇਹ ਮਤਲਬ ਨਸ਼ੇ ਦੇ ਆਦੀ ਹੋ ਗਏ ਸੀ, ਪਿਛਲੇ ਕੁਝ ਸਾਲਾਂ ਤੋਂ ਸਮਾਜ ਤੋਂ, ਪਰਿਵਾਰ ਤੋਂ ਆ ਬੰਦਾ ਟੁੱਟਿਆ ਸੀ, ਜਾਂ ਇੱਕ ਬੰਦਾ ਇਹਨਾਂ 'ਚ ਰਿਸ਼ਵਤ ਦੇ ਮਾਮਲੇ 'ਚ ਫਸ ਲਿਆ ਸੀ। ਸੋ ਇਹ ਕਮਜ਼ੋਰ ਕੜੀ ਹੈ ਨਸ਼ਾ? ਇਹਦੇ ਆਧਾਰ ਤੇ ਨਸ਼ਿਆਂ ਵਾਲਿਆਂ ਨੂੰ ਕੋਈ ਆਪਣੇ ਕੰਟਰੋਲ 'ਚ ਲੈ ਕੇ, ਉਹਨਾਂ ਦੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਲੈ ਕੇ, ਉਹਨਾਂ ਦੀ ਗਤੀਵਿਧੀਆਂ ਨੂੰ ਆਪਣੇ ਕੰਟਰੋਲ 'ਚ, ਉਹਨਾਂ ਨੂੰ ਮਸ਼ੀਨ ਬਣਾ ਕੇ ਵਰਤ ਲੈਂਦਾ ਕੋਈ? ਇਹ ਸਵਾਲ ਪਹਿਲਾਂ ਵੀ ਕਿੰਨੇ ਮਾਮਲੇ 'ਚ ਉੱਠਦਾ ਰਿਹਾ, ਇਸ ਮਾਮਲੇ 'ਚ ਵੀ ਇਸ ਤਰ੍ਹਾਂ ਉੱਠਦਾ। ਮੇਰੇ ਕੋਲ ਪੂਰੀ ਰਿਪੋਰਟ ਹੈ। ਉਹ ਕਹਿੰਦੇ ਕਿ ਬਕਾਇਦਾ ਦੀਨਾਨਗਰ ਖੇਤਰ ਦਾ ਪਿੰਡ ਹੈ, ਥਾਣਾ ਜਿਹੜਾ ਉੱਥੇ ਦਾ ਦਰੰਗਲਾ, ਉਸ ਦਾ ਸਰਹੱਦੀ ਪਿੰਡ ਆ ਆਦੀਆਂ। ਉਹਦਾ ਮਤਲਬ 26 ਸਾਲ ਦਾ ਮੁੰਡਾ ਇਹ, ਜਿਹੜਾ ਅਮਰੀਕ ਸਿੰਘ ਹੈ ਨਾ, ਤੇ ਉਹਨੂੰ ਮਤਲਬ ਕਿ ਫੜ ਲਿਆ ਹੁਣ। ਉਹ ਅਮਰੀਕ ਸਿੰਘ ਕਹਿੰਦੇ ਕਿ ਮਤਲਬ ਕਿ ਉੱਥੇ ਦਾ ਰਹਿਣ ਵਾਲਾ ਹੈ, 2023 ਦੇ ਫਰਵਰੀ ਮਹੀਨੇ ਤੋਂ ਘਰੋਂ ਗਾਇਬ ਹੈ, ਤੇ ਘਰੋਂ ਬਾਹਰ ਰਹਿੰਦਾ ਹੈ। ਕਿਸੇ ਸਮੇਂ ਟਰੱਕ ਟਰੁੱਕ ਵੀ ਚਲਾਉਂਦਾ ਰਿਹਾ। ਪਰ ਉਹਦਾ ਚਾਚਾ ਹੈ ਜਿਹੜਾ ਪਿੰਡ ਦੇ ਵਿੱਚ ਧਾਰਮਿਕ ਸੇਵਾਵਾਂ ਨਿਭਾਉਂਦਾ ਹੈ, ਤੇ ਉਹਦੇ ਚਾਚੇ ਦੇ ਅਨੁਸਾਰ ਕੁਝ ਮੀਡੀਆ ਰਿਪੋਰਟਾਂ ਦੇ ਵੱਲ ਨਾਲ ਗੱਲ ਆ ਰਹੀ ਹੈ ਕਿ ਉਹ ਕਹਿੰਦੇ ਕਿ ਉਹਨੇ ਅੰਮ੍ਰਿਤਪਾਨ ਵੀ ਕੀਤਾ ਹੋਇਆ ਸੀ। ਪਰ ਫਿਰ ਉਹ ਤੋਂ ਬਾਅਦ ਉਹ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੀ ਭੇਟ ਚੜਨ ਲੱਗ ਗਿਆ, ਨਸ਼ੇ ਦਾ ਆਦੀ ਹੋਣ ਲੱਗ ਗਿਆ। ਇਸ ਲਈ ਕਹਿੰਦੇ ਕਿ ਸਾਨੂੰ ਤਾਂ ਆਪ ਇਹ ਹੈਰਾਨੀ ਹੁੰਦੀ ਹੈ ਕਿ ਜਿਹੜਾ ਮੁੰਡਾ 26 ਵਰ੍ਹਿਆਂ ਦੀ ਉਮਰ ਦਾ ਹੋਵੇ, ਸਿੱਖ ਪਰਿਵਾਰ 'ਚ ਹੋਵੇ, ਕਹਿੰਦੇ ਕਿ ਪਹਿਲਾਂ ਉਹ ਅੰਮ੍ਰਿਤਧਾਰੀ ਹੋਵੇ, ਤੇ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਉਹ ਆਵਾਜ਼ ਚੁੱਕਦਾ ਰਿਹਾ, ਬੇਅਦਬੀ ਦੇ ਮਾਮਲਿਆਂ 'ਚ ਲੜਾਈ ਲੜਦਾ ਰਿਹਾ, ਉਹ ਆਪ ਅਜਿਹੇ ਮਾਮਲੇ 'ਚ ਕਿਵੇਂ ਸ਼ਾਮਲ ਹੋ ਸਕਦਾ? ਸੋ ਇਹ ਪਰਿਵਾਰ ਦੀ ਉੱਥੇ ਦੀ ਉਹਨਾਂ ਦੀ ਫਿਕਰਮੰਦੀ ਵੀ ਖੜੀ ਆ। ਬੇਸ਼ੱਕ ਖੁੱਲ੍ਹ ਕੇ ਸਾਹਮਣੇ ਆ ਕੇ ਜੇ ਕੋਈ ਨਹੀਂ ਬੋਲ ਰਿਹਾ, ਪਰ ਪਿੰਡ ਤੋਂ, ਉਹਨਾਂ ਦੇ ਇਲਾਕੇ ਤੋਂ ਇਹ ਰਿਪੋਰਟ ਮਤਲਬ ਸਾਹਮਣੇ ਆ ਰਹੀ ਹੈ ਕਿ ਜੀ ਉਹ ਮਤਲਬ ਕਿ ਆਦੀ ਹੋ ਗਿਆ ਸੀਗਾ ਨਸ਼ੇ ਦਾ ਪਿਛਲੇ ਕੁਝ ਸਮੇਂ ਤੋਂ। ਸੋ ਮੈਂ ਤਾਂ ਹੀ ਸਵਾਲ ਕਰਨਾ ਕਿ ਕੀ ਇਹ ਨਸ਼ਾ ਕਾਰਨ ਬਣਦਾ, ਜਾਂ ਨਸ਼ੇੜੀ ਹੋਣ ਤੋਂ ਬਾਅਦ ਫਿਰ ਕੋਈ ਉਹਨਾਂ ਨੂੰ ਆਪਣੇ ਕੰਟਰੋਲ 'ਚ ਲੈਂਦਾ ਕਿ ਹਾਂ ਹੁਣ ਇਹਨੂੰ ਆਪਣੇ ਹਿਸਾਬ ਨਾਲ ਵਰਤ ਲਈਏ? ਮਤਲਬ ਕੀ ਇੰਨੀ ਸੂਝ-ਬੂਝ ਵੀ ਖਤਮ ਹੋ ਜਾਂਦੀ ਹੈ ਕਿ ਅਸੀਂ ਕਿਸ ਥਾਂ ਨੂੰ, ਕਿਸ ਧਰਮ ਨੂੰ, ਕਿਸ ਧਿਰ ਨੂੰ, ਕਿਹਨੂੰ ਨਿਸ਼ਾਨਾ ਬਣਾ ਰਹੇ, ਤੇ ਉਹਦਾ ਨੁਕਸਾਨ ਕਿਹਨੂੰ ਹੈ, ਨਫ਼ਾ ਕਿਹਨੂੰ ਹੈ, ਅਸੀਂ ਕੀ ਇਹ ਵੀ ਭੁੱਲ ਜਾਂਦੇ ਹਾਂ? ਕੋਈ ਇਹ ਨਸ਼ਾ ਇਸ ਹੱਦ ਤੱਕ ਰਹਿੰਦਾ। ਇਸੇ ਤਰ੍ਹਾਂ ਦੂਸਰਾ ਸਾਹਿਬ ਸਿੰਘ ਹੈ ਜੀ, ਕਹਿੰਦੇ ਕਿ ਉਹਦੇ ਘਰੇ ਦਾ ਤਾਲਾ ਹੀ ਲੱਗਿਆ ਮਿਲਿਆ। ਪਰ ਇਹ ਬੰਦਾ ਮਤਲਬ ਕਿ ਜਦੋਂ ਕਿ ਉਹਦੇ ਮੁੰਡਾ ਇੱਕ ਐਡਵੋਕੇਟ ਹੈ, ਇੱਕ ਮੁੰਡਾ ਵਕਾਲਤ ਕਰ ਰਿਹਾ ਹੈ, ਪਰ ਉਹ ਹੁਣ ਘਰੋਂ ਗਾਇਬ ਨੇ। ਚਾਹੇ ਉਹ ਨਮੋਸ਼ੀ ਕਾਰਨ ਨੇ, ਚਾਹੇ ਉਹ ਬਦਨਾਮੀ ਕਾਰਨ ਨੇ, ਚਾਹੇ ਉਹਨਾਂ ਨੂੰ ਪੁਲਿਸ ਤੇ ਕਿਸੇ ਤਸ਼ੱਦਦ ਦਾ ਡਰ ਹੈ। ਜਦੋਂ ਕਿ ਏਦਾਂ ਨਹੀਂ ਹੁੰਦਾ ਕਿ ਜੇਕਰ ਅਜਿਹੀ ਘਟਨਾ 'ਚ ਉਹ ਬੰਦਾ ਸ਼ਾਮਲ ਹੈਗਾ ਵੀ ਹੈ, ਤਾਂ ਇਹਦਾ ਮਤਲਬ ਸਾਰਾ ਪਰਿਵਾਰ ਇਹ 'ਚ ਇਨਵੋਲਵ ਹੋਵੇ। ਸੋ ਇਸ ਲਈ ਪਰ ਕਹਿੰਦੇ ਕਿ ਉਹ ਮੌਕਾ ਬਚਾ ਕੇ ਉੱਥੋਂ ਹੁਣ ਪਿੰਡ 'ਚ ਨਹੀਂ ਹੈਗੇ। ਇਹ ਅੰਮ੍ਰਿਤਸਰ ਦਾ ਹੀ ਪਿੰਡ ਪੈਂਦਾ, ਅੰਮ੍ਰਿਤਸਰ ਦੇ ਖੇਤਰ ਦਾ ਹੀ ਪਿੰਡ ਹੈ ਜਿੱਥੋਂ ਦਾ ਸਾਹਿਬ ਸਿੰਘ ਰਹਿਣ ਵਾਲਾ। ਸੋ ਉਹਦੇ ਘਰੇ ਤਾਲਾ, ਪਰ ਉਹਦੀ ਘਰ ਤੋਂ ਕੁਝ ਦੂਰੀ ਦੇ ਉੱਤੇ ਇੱਕ ਗੋਦਾਮ ਟਾਈਪ, ਇੱਕ ਬਾੜੇ ਟਾਈਪ ਹੈ। ਉੱਥੇ ਕਹਿੰਦੇ ਕਿ ਉਹਨੇ 2-4 ਕਮਰੇ ਪਾਏ ਹੋਏ ਨੇ, ਉੱਥੇ ਕਿਰਾਏਦਾਰ ਕੋਈ ਬੀਬੀ ਰਹਿੰਦੀ ਆ, ਤੇ ਉਹਨੇ ਦੱਸਿਆ ਕਿ ਹਾਂ ਜੀ ਇੱਥੇ ਪਹਿਲਾਂ ਪਟਾਕੇ ਪਟੂਕੇ ਬਣਾਉਂਦੇ ਹੁੰਦੇ ਸੀ, ਪਰ ਹੁਣ ਪਟਾਕੇ ਬਣਾਉਣ ਦਾ ਕੰਮ ਵੀ ਬੰਦ ਆ। ਇਹਦਾ ਮਤਲਬ ਇਹ ਬੰਦਾ ਇਸ ਘਟਨਾ 'ਚ ਇਸ ਲਈ ਜੁੜਿਆ ਕਿ ਹਾਂ ਉਹ ਇਹ ਸਮੱਗਰੀ ਤਿਆਰ ਕਰ ਲੈਂਦਾ ਸੀ, ਜਾਂ ਉਹਨੂੰ ਨੌਲੇਜ ਸੀ, ਉਹਨੂੰ ਜਾਣਕਾਰੀ ਸੀ। ਸੋ ਇਸ ਲਈ ਉਸ ਮਸਲੇ ਦੇ ਉੱਤੇ ਹੁਣ ਸਾਹਿਬ ਸਿੰਘ ਵੀ ਮਤਲਬ ਕਿ ਪੁਲਿਸ ਦੀ ਗਿਰਫਤ 'ਚ ਆ, ਪਰ ਉਧਰ ਪਿੰਡ ਦੇ ਵਿੱਚ ਇੱਕ ਫਿਕਰਮੰਦੀ ਵਾਲਾ ਮਾਹੌਲ ਹੈਗਾ। ਤੇ ਇੱਧਰ ਦੂਸਰੇ ਪਾਸੇ ਇੱਕ ਆਜ਼ਾਦਵੀਰ ਸਿੰਘ ਹੋਰਾਂ ਦੇ ਬਾਪੂ ਹੋਰੀ ਤਹਿਸੀਲ 'ਚ ਲੱਗੇ ਹੋਏ ਸੀ, ਚੜ੍ਹਾਈ ਕਰ ਗਏ, ਤਰਸ ਦੇ ਆਧਾਰ ਤੇ ਮਾਂ ਨੂੰ ਨੌਕਰੀ ਮਿਲ ਗਈ, ਮਾਂ ਚੜ੍ਹਾਈ ਕਰ ਗਈ ਕਹਿੰਦੇ, ਉਹਦੇ ਆਧਾਰ ਤੇ ਫਿਰ ਆਜ਼ਾਦਵੀਰ ਨੂੰ ਨੌਕਰੀ ਮਿਲ ਗਈ। ਤੇ ਜਦੋਂ ਇਹਨੂੰ ਕਹਿੰਦੇ ਆਜ਼ਾਦਵੀਰ ਨੂੰ ਨੌਕਰੀ ਮਿਲ ਗਈ, ਤਾਂ ਉਹਦੇ ਰਿਸ਼ਵਤ ਮਾਮਲੇ 'ਚ ਇੱਕ ਵਾਰ ਫੜਿਆ ਵੀ ਗਿਆ, ਫਸਿਆ ਵੀ। ਪਰ ਮਤਲਬ ਕਿ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਜੀ, ਇਹ ਵੀ ਪਿੰਡ ਵਾਲੇ ਕਹਿੰਦੇ ਕਿ ਇਹਨੂੰ ਵੀ ਨਸ਼ੇ ਦੀ ਆਦਤ ਹੋ ਗਈ, ਘਰ ਵਾਲੀ ਇਹਨੂੰ ਛੱਡ ਕੇ ਜਾ ਚੁੱਕੀ ਹੈ, ਇਹਦੀ ਪਿਛਲੇ 7-8 ਸਾਲਾਂ ਤੋਂ ਇਹ ਨਸ਼ੇ ਦਾ ਆਦੀ ਆ। ਸੋ ਇਸ ਲਈ ਅਜਿਹੇ ਹਵਾਲੇ ਨਾਲ ਜਦੋਂ ਖਬਰਾਂ ਆਉਂਦੀਆਂ ਨੇ, ਫਿਰ ਉਹਦੇ ਪਰ ਲੱਗਦਾ ਕਿ ਕੀ ਇਹ ਨਸ਼ਾ ਹੀ ਕਾਰਨ ਬਣਿਆ, ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼, ਕਿ ਇਹ ਬੰਦਿਆਂ ਨੂੰ ਜਾਣਬੁੱਝ ਕੇ ਫਰੇਮ 'ਚ ਲਿਆ ਗਿਆ, ਤੇ ਉਸ ਤੋਂ ਬਾਅਦ ਇਹਨਾਂ ਤੋਂ ਕਰਾਇਆ ਕਿਸੇ ਨੇ, ਇਹ ਸਾਜ਼ਿਸ਼ ਹੈ, ਜਾਂ ਸਾਜ਼ਿਸ਼ ਦੇ ਉੱਤੋਂ ਵੀ ਕੋਈ ਸਿਆਸਤ ਹੈ। ਇਸ ਲਈ ਇਹ ਪਰਤਾਂ ਕੀ ਖੁੱਲਣਗੀਆਂ ਜਾਂ ਨਹੀਂ, ਸਿੱਟੇ ਪਰਤਾਂ ਖੋਲ ਪਾਏਗੀ ਜਾਂ ਨਹੀਂ, ਇਹਦੇ ਪਿੱਛੇ ਦੀ ਮਨਸ਼ਾ ਕੰਮ ਕਰ ਪਾਏਗੀ ਕਿ ਨਹੀਂ? ਕਿਉਂਕਿ ਪੁਲਿਸ ਇਸ ਮਸਲੇ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਚਾਹੇ ਮੁੱਢਲੀ ਜਾਂਚ ਹੈ, ਚਾਹੇ ਮੁੱਢਲੀ ਪੜਤਾਲ ਹੈ, ਪੁਲਿਸ ਵੀ ਕਰ ਰਹੀ ਸੀ, ਕੇਂਦਰੀ ਏਜੰਸੀਆਂ ਵੀ ਕਰ ਰਹੀਆਂ ਸੀ, ਪਰ ਉਹ ਪੈੜ ਨਹੀਂ ਨੱਪ ਸਕੀਆਂ। ਪੈੜ ਨੱਪੀ ਤਾਂ ਉਹ ਐਸਜੀਪੀਸੀ ਦੇ ਟਾਸਕ ਫੋਰਸ ਨੇ, ਉਹਨਾਂ ਦੇ ਮੁਲਾਜ਼ਮਾਂ ਨੇ ਮੁੱਢਲੀ ਤੌਰ ਤੇ ਉਹਨਾਂ ਨੂੰ ਫੜਿਆ, ਤੇ ਬਾਅਦ ਚੋਂ ਹੁਣ ਪੁਲਿਸ ਦੇ ਹਵਾਲੇ ਕਰਤਾ।
ਪਰ ਇਹਦੇ ਨਾਲ ਇਹਦਾ ਮਤਲਬ ਇਹ ਵੀ ਨੀਗਾ ਕਿ ਸ਼੍ਰੋਮਣੀ ਕਮੇਟੀ ਜਾਂ ਉਹਦੇ ਮੁਲਾਜ਼ਮ ਬਰੀ ਹੋ ਜਾਣ। ਸਵਾਲ ਇਹ ਉਹ ਕਹਿੰਦੇ ਜੀ ਇਹ ਪਿਛਲੇ 10 ਦਿਨਾਂ ਤੋਂ ਸਰਾਂ 'ਚ ਰਹਿ ਰਹੇ ਸੀ। ਮੈਂ ਦੇਖਦਾ ਉੱਥੇ ਜਿਹੜੇ ਤੁਹਾਡੇ ਸਾਡੇ ਵਰਗਾ ਕੋਈ ਸ਼ਰਧਾਲੂ ਜਾਂਦਾ 2 ਦਿਨ ਤੋਂ ਬਾਅਦ ਕਮਰਾ ਨਹੀਂ ਮਿਲਦਾ। ਕਮਰਾ ਵੀ ਉੱਥੇ ਚਾਹੇ ਤੁਸੀਂ ਭੇਟਾ ਜਿੰਨੀ ਹੈ ਉਹ ਦੇਣੀ ਹੈ ਜਾਂ ਐਡਵਾਂਸ ਕੋਈ ਜਮ੍ਹਾਂ ਕਰਾਉਣਾ ਹੈ ਨਾ, ਕਿ ਹਾਂ ਜੀ ਆਹ ਗਰੰਟੀ ਮਨੀ ਜਮ੍ਹਾਂ ਕਰਾ ਦਿਓ, ਪੈਸੇ ਜਮ੍ਹਾਂ ਕਰ ਦਿਓ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਜਿੰਨੀ ਵੀ ਭੇਟਾ ਹੈਗੀ ਹੈ, ਚਾਹੇ ਉਹ ਬਹੁਤ ਘੱਟ ਹੈ, ਤਾਂ ਵੀ ਉਹ ਅਦਾ ਕਰਦੇ ਨੇ ਬੰਦੇ। ਪਰ ਉਹਦੇ ਲਈ ਵੀ ਕਈ ਵਾਰ ਸਿਫਾਰਸ਼ਾਂ ਪੈਂਦੀਆਂ ਨੇ ਉੱਥੇ, ਕਹਾਉਣਾ ਪੈਂਦਾ ਕਿਸੇ ਤੋਂ ਤਾਂ ਜਾ ਕੇ ਸਰਾਵਾਂ 'ਚ ਕਮਰੇ ਵੀ ਮਿਲਦੇ ਨੇ। ਪਰ ਇੱਥੇ ਬੰਦੇ 10-10 ਦਿਨ ਕਮਰੇ 'ਚ ਰਹੀ ਜਾਣ, ਤੇ ਇਹ ਇੰਨੇ-ਇੰਨੇ ਦਿਨ ਕਮਰਿਆਂ ਦੀ ਕਿਵੇਂ ਉਹਨਾਂ ਦੀ ਮਿਆਦ ਵਧੀ, ਕਿਵੇਂ ਉਹਨਾਂ ਨੂੰ ਇੰਨੇ ਦਿਨ ਲਈ ਕਮਰੇ ਮਿਲੇ, ਕਿਹਦੇ ਕਹੇ ਤੇ ਮਿਲੇ, ਇਹ ਵੀ ਇੱਕ ਵਿਸ਼ਾ ਖੜਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੇ ਕਮਰਾ ਦਵਾਇਆ ਉਹਨੂੰ ਪਤਾ ਵੀ ਹੋਵੇ ਕਿ ਇਹਨਾਂ ਨੇ ਇਹ ਕਾਰਾ ਕਰਨਾ, ਪਰ ਜੇ ਇਹਨਾਂ ਦਾ ਪੁਰਾਣਾ ਰਿਕਾਰਡ ਇਹੋ ਜਿਹਾ ਬੋਲਦਾ ਸੀ ਤਾਂ ਫਿਰ ਸਿਫਾਰਿਸ਼ ਕਰਨ ਵਾਲੇ ਨੂੰ ਪਤਾ ਵੀ ਹੋਣਾ ਚਾਹੀਦਾ। ਤੇ ਪਰ ਕੀ ਉਹ ਸਿਰਫ ਆਪ ਮੁਹਾਰੇ ਆ ਗਏ, ਆਪ ਮੁਹਾਰੇ ਉਹਨਾਂ ਦਾ ਮਨ ਕੀਤਾ ਕਿ ਅਸੀਂ ਦਰਬਾਰ ਸਾਹਿਬ ਦੇ ਬਾਹਰ ਇਹ ਧਮਾਕਾ ਕਰਨਾ? ਕਿਉਂ? ਉਹਨਾਂ ਨੂੰ ਕਿਹੜੀ ਗੱਲ ਕਹਿੰਦੇ ਜੀ ਬੇਅਦਬੀ ਵਾਲੇ ਮਾਮਲਿਆਂ 'ਚ ਉਹ ਦੁਖੀ ਸੀਗੇ। ਫਿਰ ਇਹ ਧਮਾਕੇ ਕਰਨ ਨਾਲ ਤਾਂ ਬਦਨਾਮੀ ਵੱਧ ਹੋ ਰਹੀ ਹੈ, ਨੁਕਸਾਨ ਵੱਧ ਹੋ ਰਿਹਾ ਹੈ, ਧਾਰਮਿਕ ਸਥਾਨ ਸਾਡਾ ਸਵਾਲਾਂ ਦੇ ਘੇਰੇ 'ਚ ਲਿਆਂਦਾ ਜਾ ਰਿਹਾ। ਸੋ ਇਸ ਲਈ ਇਸ ਮੌਕਾ ਦੇ ਰਹੇ ਹਾਂ ਸਾਡੇ ਵਿਰੋਧੀਆਂ ਨੂੰ ਬੋਲਣ ਦਾ, ਅਸੀਂ ਤਾਂ ਮੌਕਾ ਦੇ ਰਹੇ ਹਾਂ ਜਿਹੜੇ ਘਾੜਨਾ ਘੜਦੇ ਨੇ, ਸਾਜ਼ਿਸ਼ਾਂ ਘੜਦੇ ਨੇ, ਉਹਨਾਂ ਨੂੰ ਇੱਕ ਹੋਰ ਮੁੱਦਾ ਦੇ ਰਹੇ ਹਾਂ। ਸੋ ਇਸ ਲਈ ਸਵਾਲ ਹੈ ਕਿ ਕੀ ਇਹਨਾਂ ਨੇ ਆਪਣੀ ਸਮਝ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ, ਜਾਂ ਕਿਸੇ ਨੇ ਇਹਨਾਂ ਨੂੰ ਸਾਜ਼ਿਸ਼ 'ਚ ਲੈ ਲਿਆ ਆਪਣੀ ਜਾਂ ਇਹਦੇ ਪਿੱਛੇ ਵੀ ਕੋਈ ਸਿਆਸਤ ਸੀ, ਜਿਹੜੀ ਸਿਆਸਤ ਫੜੂਗੀ ਜਾਂ ਨੁਕਸਾਨ ਕਰੂਗੀ, ਆਉਣ ਵਾਲਾ ਸਮਾਂ ਦੱਸੂਗਾ। ਪਰ ਫਿਲਹਾਲ ਪੁਲਿਸ ਦਾ ਦਾਅਵਾ ਹੈ ਜੀ ਕਿ ਅਸੀਂ 8 ਜਿੰਦਾ ਬੰਬ ਬਰਾਮਦ ਕਰ ਲਏ, ਅਸੀਂ 5 ਬੰਦੇ ਬਰਾਮਦ ਕਰ ਲਏ, ਚਿੱਠੀਆਂ ਦੇ ਟੁਕੜੇ ਬਰਾਮਦ ਕਰ ਲਏ ਤੇ ਉਹ ਤੋਂ ਬਾਅਦ ਇਹ ਥਾਵਾਂ ਨਾਮਜ਼ਦ ਕਰ ਲਈਆਂ। ਤੇ ਇਹ ਤੋਂ ਪਿੱਛੇ ਕੋਈ ਹੋ ਸਕਦਾ ਹੈ, ਇਹਦੇ ਪਿੱਛੇ ਕੀ ਹੋ ਸਕਦਾ ਹੈ, ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ, ਉਹਦੇ ਲਈ ਅਸੀਂ ਹੁਣ ਸਿੱਟ ਬਣਾਉਣ ਜਾ ਰਹੇ ਹਾਂ ਤੇ ਉਹ ਸਾਰਾ ਮਾਮਲਾ ਸਾਹਮਣੇ ਆਊਗਾ। ਪਰ ਕਦੋਂ ਆਊਗਾ ਇਹ ਪਤਾ ਨਹੀਂ ਜੀ। ਫਿਲਹਾਲ ਪੁਲਿਸ ਦੇ ਮਾਮਲੇ 'ਚ ਤਾਂ ਪੂਰਾ ਹੋ ਗਿਆ ਮਾਮਲਾ, ਉਹਨਾਂ ਦੀਆਂ ਫਾਈਲਾਂ ਤਾਂ ਬੰਦ ਨੇ। ਦੇਖੋ ਜੀ, ਜਦ ਤੱਕ ਪਤਾ ਲੱਗਣਾ ਆ, ਬਿੱਲਾ ਬਿਹਾ ਜਾਣਾ ਆ, ਬਹੁਤ ਲੰਬਾ ਹੂੰ। ਟਾਈਮ ਹੋ ਜਾਣਾ ਜਦੋਂ ਪਰਤਾਂ ਖੁੱਲਣਗੀਆਂ ਇਹਦੀਆਂ। ਬਿਲਕੁਲ, ਹੁਣ ਤੇ ਸ਼੍ਰੋਮਣੀ ਅੱਗੇ ਕਮੇਟੀ ਕਹਿੰਦੀ ਆ, ਵੈਸੇ ਸ਼੍ਰੋਮਣੀ ਕਮੇਟੀ ਦਮ ਭਰ ਰਹੀ ਹੈ ਕਿ ਹੁਣ ਅਸੀਂ ਆਪਣੀ ਸੁਰੱਖਿਆ ਆਪਣੇ ਦਮ ਤੇ ਹੋਰ ਵਧਾਵਾਂਗੇ। ਕਿਉਂਕਿ ਕੱਲ ਮੈਂ ਦੇਖ ਰਿਹਾ ਸੀ ਹਰਿੰਦਰ ਸਿੰਘ ਧਾਮੀ ਹੋਰੀ ਵੀ ਪੂਰਾ ਆਪਣਾ ਜਥਾ ਲੈ ਕੇ ਗਏ, ਉਹਨਾਂ ਨੇ ਵੀ ਪੂਰੇ ਉਹ ਘਟਨਾਕ੍ਰਮ ਦਾ ਦੌਰਾ ਕੀਤਾ। ਜਿਹੜੀਆਂ ਟੀਮ ਨੇ, ਕੈਮਰਾਮੈਨ ਵਾਲਿਆਂ ਨੇ, ਉਹ ਸਾਰੇ IT ਵਾਲੇ ਮੁੰਡਿਆਂ ਨੇ ਜਿਨ੍ਹਾਂ ਨੇ ਹਿੰਮਤ ਦਿਖਾਈ, ਨਾਮਜ਼ਦ ਕੀਤੇ ਬੰਦੇ, ਉਹ ਤੋਂ ਬਾਅਦ ਚੌਕਸ ਰਹਿ ਕੇ ਸਾਰੀ ਘਟਨਾ ਨੂੰ, ਤਾਂ ਉਹਨਾਂ ਨੂੰ ਸ਼ਾਬਾਸ਼ ਵੀ ਦਿੱਤੀ। ਤੇ ਹੁਣ ਇਹ ਵੀ ਪਤਾ ਲੱਗ ਰਿਹਾ ਸ਼੍ਰੋਮਣੀ ਕਮੇਟੀ ਹੋਰ ਥਾਵਾਂ ਦੇ ਉੱਤੇ ਵੀ ਵੱਖ-ਵੱਖ ਐਂਗਲਾਂ ਦੇ ਹਵਾਲੇ ਨਾਲ ਵੀ ਵੱਧ ਕੈਮਰੇ ਲਾਉਣ ਦੀ, ਵੱਧ ਸੁਰੱਖਿਆ ਦੀ ਤੈਨਾਤੀ ਦੀ, ਉਸ ਹਵਾਲੇ ਨਾਲ ਵੀ ਕਰ ਰਹੀ ਹੈ। ਪਰ ਜਿੱਥੇ ਤੱਕ ਸ਼੍ਰੋਮਣੀ ਕਮੇਟੀ ਦੀ ਸੁਰੱਖਿਆ ਉਹ ਠੀਕ ਹੈ, ਕਿਤੇ ਉਹ ਨਾ ਹੋਵੇ ਇਹ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਇੱਕ ਵੱਖਰੀ ਤਰ੍ਹਾਂ ਦੀ ਵੱਧ ਜਾਵੇ, ਜਿਹੜੀ ਹਰ ਸ਼ਰਧਾਲੂ ਨੂੰ ਹਰ ਉੱਥੇ ਆਉਣ ਵਾਲੇ ਮਤਲਬ ਵਿਅਕਤੀ ਨੂੰ ਹੋਰ ਨਜ਼ਰ ਨਾਲ ਦੇਖਣ ਲੱਗ ਜਾਵੇ, ਜਾਂ ਉੱਥੇ ਇੱਕ ਨਵੇਂ ਤਰ੍ਹਾਂ ਦਾ ਇੱਕ ਪਾੜਾ ਖੜਾ ਹੋ ਜਾਵੇ, ਕਿਸੇ ਨੂੰ ਕੱਪੜਿਆਂ ਦੇ ਹਵਾਲੇ ਨਾਲ, ਕਿਸੇ ਨੂੰ ਪਹਿਰਾਵੇ ਦੇ ਹਵਾਲੇ ਨਾਲ, ਕਿਸੇ ਨੂੰ ਬੋਲੀ ਦੇ ਹਵਾਲੇ ਨਾਲ, ਹੈ ਨਾ, ਇੱਕ ਵੱਖਰੇ ਨਜ਼ਰ 'ਚੋਂ ਨਿਕਲਣਾ ਪਵੇ। ਸੋ ਇਸ ਲਈ ਇਹ ਫਿਕਰਮੰਦੀ ਵੀ ਖੜੀ ਹੈ ਕਿ ਕਿਤੇ ਇਹਦੇ ਨਾਲ ਧਾਰਮਿਕ ਥਾਂ ਤੇ ਆਉਣ ਵਾਲਿਆਂ ਨੂੰ ਪਹਿਲਾਂ ਹੀ ਸਵਾਲ ਖੜੇ ਨੇ ਕਿ ਹਾਂ ਪੁਲਿਸ ਦਾ ਮੌਕਾ ਭਾਲਦੀ ਹੈ, ਪ੍ਰਸ਼ਾਸਨ ਦਾ ਮੌਕਾ ਭਾਲਦਾ ਕਿ ਅਸੀਂ ਸਿਸਟਮ ਨੂੰ ਆਪਣੇ ਕੰਟਰੋਲ 'ਚ ਲੈ ਲਈਏ। ਕਿਤੇ ਅਜਿਹੀਆਂ ਘਟਨਾਵਾਂ ਤੋਂ ਬਾਅਦ ਇਹ ਵੀ ਨਾ ਵੱਧ ਜਾਵੇ, ਇਹ ਵੀ ਇੱਕ ਫਿਕਰਮੰਦੀ ਖੜੀ ਹੈ। ਪਰ ਚੌਕਸੀ ਦੀ ਵੀ ਲੋੜ ਹੈ, ਸੁਰੱਖਿਆ ਦੀ ਵੀ ਲੋੜ ਹੈ, ਚੇਤਨਤਾ ਦੀ ਵੀ ਲੋੜ ਹੈ। ਤੇ ਇਸ ਲਈ ਇਹ ਦੇਖਣ ਵਾਲੀ ਗੱਲ ਹੋਊਗੀ ਇਹਦੇ ਵਿੱਚ ਸ਼੍ਰੋਮਣੀ ਕਮੇਟੀ, ਪੁਲਿਸ ਪ੍ਰਸ਼ਾਸਨ, ਸਰਕਾਰ ਕਿਵੇਂ ਤਾਲਮੇਲ ਨਾਲ ਚੱਲਦੇ ਨੇ ਜਾਂ ਆਪੋ ਆਪਣੀ ਡਫਲੀ ਵਜਾਉਂਦੇ ਨੇ। ਜੀ, ਜੀ, ਬਿਲਕੁਲ। ਕਈ ਵਾਰ ਰੌਲਾ ਪਾ ਕੇ ਹਟ ਜਾਂਦੇ ਆ, ਜਿਸ ਤਰ੍ਹਾਂ ਕਿ ਟੀਵੀ ਚਲਾਉਣ ਦਾ, YouTube ਚੈਨਲ ਬਣਾਉਣ ਦਾ ਹੂੰ। ਰੌਲਾ ਪਿਆ ਸੀ, ਪਰ ਹੋਇਆ ਕੁਛ ਨਹੀਂ।